ਸਾਡੀਆਂ ਨਹੀਂ ਕਹਿੰਦੇ ਲੈ ਜਾਓ ਅਨੀਂਦਰਿਓ, ਦਿਨ ਚੜ੍ਹੇਗਾ ਫਿਰ ਆਪੋ ਆਪਣੀਆਂ ਪਛਾਣ ਲਿਓ। ਬਚਾਅ ਹੋ ਗਿਆ, ਚਾਦਰ ਲਾਈ। ਬਾਬੇ ਅਦਲੀ ਦੇ ਭਾਈ ਵਿਧੀ ਚੰਦ ਨੇ ਕਹਿਣ ਲੱਗਿਆ, ਮਹਾਂਪੁਰਖੋ ਮੇਰੇ ਉੱਪਰ ਕਿਰਪਾ ਕੀਤੀ ਹੈ ਤੁਸੀਂ। ਬਾਬਾ ਅਦਲੀ ਜੀ ਕਹਿਣ ਲੱਗੇ ਵੀ ਚੋਰੀਆਂ ਛੱਡ ਦੇ, ਜੇ ਤੂੰ ਕਿਰਪਾ ਚਾਹੁੰਦਾ ਹੋਰ ਪਰਮੇਸ਼ਰ ਦੇ ਨਾਮ ਦੀ ਕਿਰਪਾ ਹੋ ਜਾਵੇਗੀ। ਕਹਿੰਦੇ ਕਮਾਲ ਦੀ ਗੱਲ ਇਹ ਹੈ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਪਿੰਡ ਵਾਲਿਆਂ ਨੂੰ ਕਹਿ ਵੀ ਦਿੱਤਾ ਵੀ ਇਹ ਚੋਰ ਇਹ ਹੈ ਕੋਲ ਬੈਠਾ ਹੀ, ਪਰ ਉਹਨਾਂ ਨੇ ਮੇਰੇ ਮੂੰਹ ਤੋਂ ਚਾਦਰ ਲਾ ਕੇ ਮੇਰੇ ਵੱਲ ਵੇਖਿਆ ਤੱਕ ਨਹੀਂ। ਮੈਂ ਭਾਈ ਵਿਧੀ ਚੰਦ ਦਾ ਸੁਭਾਅ ਜਿਹੜਾ ਸੀ ਬਦਲ ਗਿਆ। ਸੁਣਦਾ ਰਿਹਾ ਜਦੋਂ ਕਿਸੇ ਗੁਰਮੁਖਾਂ ਬਾਸ ਬਈਏ ਨਾ ਫਿਰ ਸਾਧ ਸੰਗਤ ਰੱਬ ਦੇ ਪਿਆਰੇ ਰੱਬ ਦੀਆਂ ਗੱਲਾਂ ਸੁਣਾਉਂਦੇ। ਮਨਮੁਖਾਂ ਕੋਲੇ ਬਵਾਂਗੇ ਤੇ ਮਨਮੁਖਾਂ ਵਾਲੀਆਂ ਗੱਲਾਂ ਕਰਨਗੇ। ਰੱਬ ਦੇ ਪਿਆਰਿਆਂ ਕੋਲੇ ਸਾਧੂਆਂ ਕੋਲੇ ਬਵਾਂਗੇ ਤੇ ਸਾਧੂ ਰੱਬ ਦੀ ਗੱਲ ਸੁਣਾਉਂਦਾ ਹੈ, ਸਾਧੂ ਰੱਬ ਨਾਲ ਜੁੜਦਾ ਹੈ, ਸਾਧੂ ਨਾਮ ਦੀ ਗੱਲ ਕਰਦਾ ਹੈ। ਬਾਬੇ ਅਦਲੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਰ ਦੀ ਮਹਿਮਾ ਸੁਣਾਈ। ਪੁੱਛਿਆ ਭਾਈ ਅਦਲੀ ਨੇ, ਕਹਿਣ ਲੱਗੇ ਚੋਰੀਆਂ ਕਿਹਦੇ ਵਾਸਤੇ ਕਰਦਾ ਹੈ? ਜਵਾਬ ਨਾ ਆਇਆ। ਜਿਨ੍ਹਾਂ ਲਈ ਪਾਪ ਕਰਮ ਕਮਾਉਣਾ ਹੈ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਛੱਡ ਦੇ ਇਹਨਾਂ ਨੂੰ। ਆਖਿਆ ਫਿਰ ਵਿਧੀ ਚੰਦ ਨੇ ਕਹਿਣ ਲੱਗਿਆ ਇਹ ਬਖਸ਼ਿਸ਼ਾਂ ਮੇਰੇ ਉੱਪਰ ਹੋ ਸਕਦੀਆਂ ਨੇ? ਕਹਿੰਦੇ ਕਿਉਂ ਨਹੀਂ ਹੋ ਸਕਦੀਆਂ ਨੇ, ਗੁਰੂ ਦੀ ਸੰਗਤ ਕਰ। ਦੱਸਿਆ ਜਾਂਦਾ ਹੈ ਬਾਬਾ ਅਦਲੀ ਜੀ ਦੀ ਸੰਗਤ ਕਰਕੇ ਭਾਈ ਵਿਧੀ ਚੰਦ ਛੇਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦਾ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਦੀਦਾਰ ਹੋਇਆ ਸੀ।
ਪੁੱਛਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਸੰਗਤ ਵਿੱਚ ਗਿਆ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਕੌਣ ਹੈ? ਆਖਿਆ ਬਿਧੀ ਚੰਦ। ਕੀ ਕੰਮ ਕਰਦਾ? ਆਖਿਆ ਜੀ ਚੋਰੀਆਂ ਕਰਦਾ ਆ। ਤੇ ਮਹਾਰਾਜ ਕਹਿੰਦੇ ਇੱਥੇ ਕੀ ਲੈਣਾ ਹੈ? ਕਹਿੰਦੇ ਜੀ ਬਖਸ਼ਾਉਣ ਆਇਆ। ਤੇ ਮਹਾਰਾਜ ਕਹਿੰਦੇ ਸੇਵਾ ਕਰਿਆ ਕਰ। ਸੇਵਾ ਕਰਦਾ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਗਏ। ਛੇਵੇਂ ਪਾਤਸ਼ਾਹ ਮਹਾਰਾਜ ਦਾ ਸਮਾਂ ਆਇਆ ਤੇ ਮਹਾਰਾਜ ਚਰਨਾਂ ਵਿੱਚ ਰਹਿ ਕੇ ਬੜੇ ਸੋਹਣੇ ਢੰਗ ਨਾਲ ਇਹਦੀ ਸੇਵਾ ਕੀਤੀ। ਤੇ ਇੱਕ ਦਿਨ ਦਾ ਸਮਾਂ ਸੀ, ਸਾਧ ਸੰਗਤ ਕਾਬਲ ਕੰਧਾਰ ਦੀਆਂ ਸੰਗਤਾਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ। ਤੇ ਜਦੋਂ ਤਰਨਤਾਰਨ ਸਾਹਿਬ ਦੇ ਲਾਗੇ ਪੱਟੀ ਨਗਰ ਵਿੱਚ ਪਹੁੰਚੀਆਂ ਤੇ ਇੱਥੋਂ ਦਾ ਇੱਕ ਦਰੋਗਾ ਸੀ, ਹਾਕਮ ਸੀ, ਨਵਾਬ ਸੀ। ਰਾਹ ਵਿੱਚ ਕਿਤੇ ਵਰਖਾ ਹੋਣ ਲੱਗ ਪਈ। ਸੰਗਤਾਂ ਮਹਾਰਾਜ ਵਾਸਤੇ ਬੜੇ ਮਹਿੰਗੇ ਦੁਸ਼ਾਲੇ ਲੈ ਕੇ ਆਈਆਂ ਸਨ। ਦੁਸ਼ਾਲਿਆਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਭਾਈ ਬਿਧੀ ਚੰਦ ਘੋੜੇ ਲੈ ਕੇ ਆਇਆ, ਗੁਲਬਾਗ ਤੇ ਦਿਲਬਾਗ। ਇਹ ਕਈ ਵਾਰਾਂ ਆਪਾਂ ਸੁਣਦੇ ਰਹਿੰਦੇ ਹਾਂ। ਤੇ ਸਾਧ ਸੰਗਤ ਜਿਹੜੇ ਦੁਸ਼ਾਲੇ ਸਨ, ਕੁਝ ਸਿੱਲੇ ਗਏ, ਗਿੱਲੇ ਹੋ ਗਏ। ਪੱਟੀ ਨਗਰ ਵਿੱਚ ਪਹੁੰਚ ਕੇ ਸੰਗਤਾਂ ਦੇ ਉਹ ਦੁਸ਼ਾਲੇ ਜਿਹੜੇ ਸਨ, 3 ਦੁਸ਼ਾਲੇ ਸੁਕਣੇ ਪਾ ਦਿੱਤੇ। ਦੁਸ਼ਾਲੇ ਇਤਨੇ ਮਹਿੰਗੇ ਸਨ, ਹੌਲੀ ਹੌਲੀ ਚਰਚਾ ਸਾਰੇ ਪੱਟੀ ਸ਼ਹਿਰ ਵਿੱਚ ਪਹੁੰਚ ਗਈ। ਫਿਰ ਉੱਥੋਂ ਦੇ ਦਰੋਗੇ ਦੇ ਕੋਲੇ, ਦਰੋਗੇ ਨੇ ਨਵਾਬ ਨੂੰ ਦੱਸਿਆ। ਕਹਿਣ ਲੱਗਿਆ ਏਦਾਂ ਸੰਗਤਾਂ ਆਈਆਂ ਨੇ, ਉਹਨਾਂ ਕੋਲ ਮਹਿੰਗੇ ਦੁਸ਼ਾਲੇ ਨੇ ਤੇ ਉਹ ਦੁਸ਼ਾਲੇ ਨਵਾਬ ਸਾਹਿਬ ਤੁਹਾਡੇ ਕੋਲ ਹੋਣੇ ਚਾਹੀਦੇ। ਕਹਿੰਦੇ ਨੇ ਮੈਂ ਨਵਾਬ ਵੀ ਆਇਆ, ਦਰੋਗਾ ਆਇਆ। ਆ ਕੇ ਸੰਗਤਾਂ ਨੂੰ ਕਹਿਣ ਲੱਗੇ ਮਾਇਆ ਲੈ ਲਓ ਤੇ ਇਹ ਦੁਸ਼ਾਲੇ ਜਿਹੜੇ ਨੇ ਸਾਨੂੰ ਦੇ ਦਿਓ। ਸੰਗਤਾਂ ਕਹਿਣ ਲੱਗੀਆਂ ਨਹੀਂ, ਇਹ ਦੁਸ਼ਾਲੇ ਗੁਰੂ ਘਰ ਦੀ ਅਮਾਨਤ ਹੈ। ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਲੈ ਕੇ ਆਏ ਆ। ਉਹਨਾਂ ਨੂੰ ਭੇਟਾ ਕਰਾਂਗੇ, ਉਹਨਾਂ ਦੀ ਭੇਟਾ ਇਹ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ। ਤੇ ਆਖਦੇ ਨੇ ਉਸ ਸਮੇਂ ਮੇਰੇ ਨਵਾਬ ਜਿਹੜਾ ਸੀ ਨਾ, ਜ਼ੋਰ ਨਾਲ ਸੰਗਤ ਦਾ ਚਲਿਆ, ਅਹਿਦ ਕਰ ਲੈ ਆਇਆ। ਧੱਕੇ ਦੇ ਨਾਲ ਸੰਗਤ ਪਾਸੋਂ 2 ਦੁਸ਼ਾਲੇ ਖੋਹ ਕੇ ਲੈ ਗਿਆ। ਤੇ ਜਦੋਂ ਸੰਗਤ ਫਿਰ ਮਹਾਰਾਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਈ ਤੇ ਬੜੇ ਵਿਰਾਗ ਦੇ ਘਰ ਵਿੱਚ ਰੋ ਕੇ ਮਹਾਰਾਜ ਦੇ ਅੱਗੇ ਅਰਜ਼ ਕੀਤੀ। ਭਰੇ ਦੀਵਾਨ ਵਿੱਚ ਸੱਚੇ ਪਾਤਸ਼ਾਹ, ਪੱਟੀ ਦਾ ਦਰੋਗਾ ਨਵਾਬ ਮਹਾਰਾਜ ਸਾਡੇ ਕੋਲੋਂ ਧੱਕੇ ਨਾਲ, ਆਪਣੇ ਜ਼ੋਰ ਦੇ ਨਾਲ ਸਾਡੇ ਕੋਲੋਂ 2 ਦੁਸ਼ਾਲੇ ਮਹਾਰਾਜ ਖੋਹ ਕੇ ਲੈ ਗਿਆ। ਇੱਕ ਦੁਸ਼ਾਲਾ ਭੇਟਾ ਕਰਦੇ ਆ, ਬੜਾ ਸੁੰਦਰ ਸੀ, ਬੜਾ ਪਿਆਰ ਭਾਵਨਾ ਤੇ ਸ਼ਰਧਾ ਦੇ ਨਾਲ ਇਹ ਭੇਟਾ ਮਹਾਰਾਜ ਲੈ ਕੇ ਆਏ ਸੀ ਤੁਹਾਡੇ ਵਾਸਤੇ। ਤੇ ਸਾਧ ਸੰਗਤ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਸਾਡੀ ਅਮਾਨਤ ਹੈ ਨਾ ਤੇ ਸਾਡੇ ਕੋਲੇ ਆਪੇ ਆ ਜਾਏ। ਉਸੇ ਸਮੇਂ ਮਹਾਰਾਜ ਨੇ ਆਖਿਆ ਹੈ ਕਿ ਸੰਗਤ ਵਿੱਚ ਐਸਾ ਸਿੱਖ ਜਿਹੜਾ ਪੱਟੀ ਦੇ ਨਵਾਬ ਦੇ ਪਾਸੋਂ 2 ਦੁਸ਼ਾਲੇ ਗੁਰੂ ਘਰ ਦੀ ਅਮਾਨਤ ਲੈ ਕੇ ਆਵੇ। ਖੜਾ ਹੋਇਆ ਭਾਈ ਬਿਧੀ ਚੰਦ, ਅਨੰਦ ਸੇਵਾਦਾਰ ਗੁਰੂ ਘਰ ਦਾ, ਹੱਥ ਜੋੜੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰੋ ਨਾ ਮਹਾਰਾਜ, ਇਹ ਵੀ ਸੇਵਾ ਮੈਨੂੰ ਬਖਸ਼ਿਸ਼ ਕਰੋ। ਅੱਗੇ ਘੋੜੇ ਲੈ ਕੇ ਆਇਆ ਸੀ, ਹੁਣ ਇਹ ਦੁਸ਼ਾਲਿਆਂ ਦੀ ਸੇਵਾ ਵੀ ਮੈਂ ਹੀ ਕਰਾਂ। ਮਹਾਰਾਜ ਕਹਿਣ ਲੱਗੇ ਛੇਵੇਂ ਪਾਤਸ਼ਾਹ ਸਤਿਗੁਰੂ ਕਹਿੰਦੇ ਕੰਮ ਬੜਾ ਔਖਾ ਹੈ ਭਾਈ ਬਿਧੀ ਚੰਦ, ਅੱਗੇ ਨਾਲੋਂ ਵੀ ਔਖਾ ਹੈ। ਤੇ ਭਾਈ ਬਿਧੀ ਚੰਦ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ, ਜਿਸਕੇ ਸਿਰ ਉੱਪਰ ਤੂੰ ਸੁਆਪੀ ਸੋ ਦੁੱਖ ਕੈਸਾ ਪਾਵੇ, बोल न जाने माया मद माता मरना, प्रीत न आवे मेरे राम राय तू संतां का संत, तेरे सेवक को भाव छिच नाही, जम नहीं आवे मेरे। महाराज मौत दा डर नहीं। सतगुरु महाराज तुसी किरपा करो, एक बारी आज्ञा बख्शिश करो। ते साध संगत ਇੱਕੋ ਹੀ ਅਰਜ਼ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਮੈਂ ਦੁਸ਼ਾਲੇ ਲੈ ਆਵਾਂਗਾ, ਕਿਰਪਾ ਤੁਹਾਡੀ ਹੋਣੀ ਚਾਹੀਦੀ ਹੈ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ, ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ, ਕਿਤੇ ਮੈਂ ਡੋਲ ਨਾ ਜਾਵਾਂ।
ਮਹਾਰਾਜ ਨੇ ਆਗਿਆ ਦੇ ਕੇ ਮਹਾਰਾਜ ਥਾਪੜਾ ਦੇ ਕੇ ਕਹਿੰਦੇ ਭਾਈ ਦੀ ਜਨ ਜਾ ਗੁਰੂ ਤੇਰੇ ਅੰਗ ਸੰਗ ਲੈ ਕੇ ਆਗਿਆ ਮਹਾਰਾਜ ਤੋਂ ਚੱਲਿਆ ਗਿਆ ਪੈਂਡਾ ਤੈਅ ਕਰਦਾ ਹੋਇਆ ਸਾਧ ਸੰਗਤ ਪਹੁੰਚਿਆ ਇਹ ਪੱਟੀ ਸ਼ਹਿਰ ਦੇ ਵਿੱਚ ਸਮਾਂ ਨਹੀਂ ਖੁੱਲ ਕੇ ਵਿਚਾਰ ਕਰੀਏ ਮਹਾਂਪੁਰਖ ਆਏ ਬੈਠੇ ਨੇ ਧੰਨਵਾਦ ਆਏ ਹੋਏ ਮਹਾਂਪੁਰਖਾਂ ਦਾ ਅਤੀ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਦਾ ਸੋ ਰਹੋ ਵਿਚਾਰ ਸਾਧ ਸੰਗਤ ਕਹਿੰਦੇ ਨੇ ਭਾਈ ਵਿਧੀ ਚੰਦ ਨੇ ਸਾਰਾ ਪੱਟੀ ਸ਼ਹਿਰ ਦਾ ਭੇਤ ਲੈ ਲਿਆ ਨਾਮ ਵੀ ਵਿਧੀ ਚੰਦ ਸੀ ਤੇ ਵਿਧੀਆਂ ਵੀ ਬੜੀਆਂ ਆਉਂਦੀਆਂ ਸੀ ਚੋਰੀਆਂ ਕਰਦਾ ਸੀ ਤੇ ਵਿਧੀਆਂ ਵਿਅੰਤਾਂ ਸਾਰੀਆਂ ਆਉਂਦੀਆਂ ਸੀ ਪਰ ਹੁਣ ਕਹਿ ਕੇ ਗਿਆ ਸੀ ਮਹਾਰਾਜ ਨੂੰ ਸੱਚੇ ਪਾਤਸ਼ਾਹ ਅੱਗੇ ਚੋਰੀਆਂ ਕਰਦਾ ਸੀ ਆਪਣੇ ਵਾਸਤੇ ਹੁਣ ਗੁਰੂ ਘਰ ਦੀ ਮੰਗ ਲੈ ਕੇ ਆਣੀ ਹੁਣ ਚੋਰੀ ਨਹੀਂ ਹੈ ਇਹ ਅਮਾਨਤ ਹੈ ਮਹਾਰਾਜ ਦੇ ਘਰ ਦਾ ਤੇ ਸਾਧ ਸੰਗਤ ਇਹ ਹੁਣ ਇਹੋ ਜਿਹਾ ਨੇ ਭੇਸ ਬਣਾ ਲਿਆ ਵਾਲ ਖੁੱਲੇ ਛੱਡ ਲਏ ਤੇ ਹੋਕਾ ਦਿੰਦਾ ਏ ਤੇ ਇੱਕ ਦੁਸ਼ਾਲਾ ਨਾਲ ਲੈ ਗਿਆ ਗੁਰੂ ਘਰ ਵਿੱਚ ਕਹਿੰਦਾ ਮਹਾਰਾਜ ਇਹ ਮੈਨੂੰ ਦੇ ਦਿਓ ਮੇਰੇ ਕੰਮ ਆਏਗਾ ਤੇ ਜਾ ਕੇ ਹੁਣ ਗਲੀਆਂ ਵਿੱਚ ਆਵਾਜ਼ ਲਾਉਂਦਾ ਏ ਕਿਸੇ ਨੇ ਦੁਸ਼ਾਲੇ ਨਵੇਂ ਦੁਸ਼ਾਲੇ ਵੇਚਣੇ ਹੋਣ ਪੁਰਾਣੇ ਦੁਸ਼ਾਲੇ ਵੇਚਣੇ ਹੋਣ ਚੰਗੀ ਭਾਰੀ ਰਕਮ ਦੇਵਾਂਗਾ ਕੋਈ ਹੈ ਤਾਂ ਦੱਸੋ ਏਦਾਂ ਗਲੀਆਂ ਵਿੱਚ ਆਵਾਜ਼ ਮਾਰਦਾ ਹੁਣ ਪਹੁੰਚਿਆ ਜਿੱਥੇ ਪਠਾਨ ਨਵਾਬ ਬੈਠੇ ਹੋਏ ਸਨ ਤਾਸ਼ ਖੇਡਦੇ ਸਨ ਜੂਆ ਖੇਡਦੇ ਸਨ ਮਦਰਾ ਛਕਦੇ ਸਨ ਜਾ ਕੇ ਦਰਸ਼ਨੀ ਰੂੜੀ ਵਿੱਚ ਨਿਜੋਰ ਦੀ ਆਵਾਜ਼ ਮਾਰੀ ਕਹਿੰਦਾ ਕਿਸੇ ਨੇ ਨਵੇਂ ਪੁਰਾਣੇ ਦੁਸ਼ਾਲੇ ਵੇਚਣੇ ਹੋਣ ਦੱਸੋ ਚੰਗਾ ਵਾਜੂ ਮੁੱਲ ਦੇਵਾਂਗਾ ਪੁਰਾਣਿਆਂ ਨਾਲੋਂ ਵੀ ਜ਼ਿਆਦਾ ਮੁੱਲ ਦੇ ਦੇਵਾਂਗਾ ਜੇ ਕੋਈ ਵਧੀਆ ਦੁਸ਼ਾਲੇ ਮੈਨੂੰ ਭੇਟਾ ਕਰੇ ਵੇਚਣਾ ਚਾਹੇ ਤੇ ਸਾਧ ਸੰਗਤ ਆਖਦੇ ਨੇ ਪਠਾਣਾ ਨੇ ਉਸ ਸਮੇਂ ਨੂੰ ਆਪਣੇ ਕੋਲੇ ਬੁਲਾ ਕੇ ਪੁੱਛਿਆ ਕਹਿੰਦੇ ਕਿੱਥੋਂ ਆਇਆ ਆਖਿਆ ਕਾਬਲ ਕੰਦਾ ਕੀ ਨਾਂ ਹੋਏ ਕਹਿਣ ਲੱਗਿਆ ਗਵਾਚੇ ਲੱਭੂ ਮੇਰਾ ਨਾਮ ਕਹਿੰਦੇ ਇਹ ਕਿਹੋ ਜਿਹਾ ਨਾਂ ਹੋਇਆ ਗਵਾਚੇ ਲੱਭੂ ਕਹਿੰਦੇ ਜੀ ਮੇਰਾ ਪਿਤਾ ਕਾਬਲ ਦਾ ਸੀ ਮਾਂ ਮੇਰੀ ਕੰਧਾਰ ਦੀ ਸੀ ਪਤਾ ਨਹੀਂ ਨਾਂ ਮੇਰਾ ਰਲਮਾ ਮਿਲਾਨਾ ਜਿਹਾ ਰੱਖ ਦਿੱਤਾ ਉਹਨਾਂ ਨੇ ਗਵਾਚੇ ਲੱਭੂ ਕਹਿੰਦੇ ਚੱਲ ਠੀਕ ਹੈ ਨਾਂ ਤੇ ਤੇਰਾ ਗਵਾਚੇ ਲੱਭੂ ਹੈ ਕਿ ਗਵਾਚੀਆਂ ਹੋਈਆਂ ਚੀਜ਼ਾਂ ਲੱਭ ਲੈਣਾ ਤੂੰ ਕਹਿੰਦਾ ਜੀ ਹਾਂ ਕਹਿੰਦੇ ਸੱਚੀ ਗੱਲ ਹੈ ਕਹਿੰਦੇ ਹਾਂ ਪੁੱਛੋ ਤੁਸੀਂ ਕੀ ਪੁੱਛਣਾ ਹੈ ਤੇ ਸਾਧ ਸੰਗਤ ਕਹਿੰਦੇ ਉਸ ਸਮੇਂ ਮੇਰੋ ਨਵਾਬ ਬੋਲਿਆ ਕਹਿਣ ਲੱਗਿਆ ਦੱਸ ਸਾਡੇ ਘਰ ਦੀ ਮਾਇਆ ਕਿੱਥੇ ਪਈ ਹੋਈ ਹੈ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਪੜਿਆ ਸ਼ਬਦ ਭਾਈ ਵਿਧੀ ਚੰਦ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਜੀ ਦੇ ਮਾਲਕ ਵਿੱਚ ਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਲਾਜ ਰੱਖਿਓ ਕੰਮ ਬੜਾ ਔਖਾ ਹੈ ਆ ਗਿਆ ਆ ਪਰਚੇ ਪੈ ਰਹੇ ਨੇ ਮਹਾਰਾਜ ਹੁਣ ਪਾਸ ਤੁਸੀਂ ਕਰਨਾ ਹੈ ਸੱਚੇ ਪਾਤਸ਼ਾਹ ਪੁੱਛਦੇ ਨੇ ਨਵਾਬ ਦੱਸ ਸਾਡੇ ਘਰ ਦੀ ਮਾਇਆ ਕਿੱਥੇ ਹੈ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਦੀ ਬੜੀ ਵੱਡੀ ਮਹਾਨਤਾ ਹੈ ਗੁਰੂ ਘਰ ਵਿੱਚ ਤੇ ਸਾਧ ਸੰਗਤ ਇੱਕੋ ਹੀ ਬੇਨਤੀ ਕੀਤੀ ਭਾਈ ਵਿਧੀ ਚੰਦ ਨੇ ਮਹਾਰਾਜ ਦੇ ਚਰਨਾਂ ਵਿੱਚ ਰੱਖ ਲਾਜ ਨਿਮਾਣਿਆਂ ਦੀ ਰੱਖ ਲਾਜ ਨਿਮਾਣਿਆਂ ਦੀ ਬਾਬਾ ਵਿਧੀ ਚੰਦ ਜੀ ਕਹਿੰਦੇ ਲਾਜ ਨਿਮਾਣਿਆਂ ਦੀ
विधि चंद जी बाबा विधि चंद जी रख लाज निमाणिया जी बाबा विधि चंद जी के विधि चंद जी बाबा विधि चंद जी कहते रख लाज निमाणिया दी बाबा विधि चंद जी कहते। महाराज ਦੇ ਚਰਨਾਂ ਦਾ ਜਦੋਂ ਧਿਆਨ ਧਰਿਆ ਤੇ ਅੰਤਰ ਆਤਮੇ ਜੋ ਮਿਲਿਆ ਕਹੀਏ ਸੋਏ। ਅੰਦਰੋਂ ਹੀ ਧਿਆਨ ਅਵਸਥਾ ਦੁਆਰਾ ਹੀ ਮਹਾਰਾਜ ਨੇ ਸਮਝਾ ਦਿੱਤਾ ਵੀ ਕਿੱਥੇ ਗਹਿਣੇ ਪਏ ਹੋਏ। ਨੇਤਰ ਬੰਦ ਨੇ ਕਹਿ ਦਿੱਤਾ ਨਵਾਬ ਨੂੰ ਫਲਾਣਾ ਕਮਰਾ ਏ ਤਾਲਾ ਲੱਗਿਆ ਇੱਥੇ ਸੰਦੂਕ ਪਿਆ ਹੋਇਆ ਸੰਦੂਕ ਵਿੱਚ ਕੱਪੜੇ ਪਏ ਨੇ ਕੱਪੜਿਆਂ ਵਿੱਚ ਲਪੇਟ ਕੇ ਗਹਿਣੇ ਰੱਖੇ ਹੋਏ ਉੱਥੇ ਮਾਇਆ ਰੱਖੀ ਹੋਈ ਹੈ ਉੱਥੇ ਖਜ਼ਾਨਾ ਪਿਆ ਹੋਇਆ ਹੈ। ਹੈਰਾਨ ਹੋ ਗਏ ਕਹਿੰਦੇ ਨਾਮ ਹੀ ਗਵਾਚੇ ਲੱਭੂ ਤੇ ਗਵਾਚੀਆਂ ਚੀਜ਼ਾਂ ਵੀ ਲੱਭਦਾ ਹੈ ਇਹਨੂੰ ਗਿਆਨ। ਤੇ ਸਾਧ ਸੰਗਤ ਕਹਿਣ ਲੱਗੇ ਅੱਛਾ ਭਾਈ ਕੀ ਮੁੱਲ ਦੇਵੇਂਗਾ? ਪੁਰਾਣੇ ਨਿਸ਼ਾਲਿਆਂ ਦਾ ਨਵੇਂ ਕਹਿੰਦੇ ਵਿਖਾਓ ਤੇ ਸੀ ਨਾ ਮਿਲਣਾ। ਲੈ ਆਏ ਸੁਨੇਹਾ ਭੇਜ ਦਿੱਤਾ ਆਪਣੀਆਂ ਬੇਗਮਾਂ ਨੂੰ ਨਵਾਬ ਨੇ ਨਿਸ਼ਾਲੇ ਆ ਗਏ ਉਹੀ ਗੁਰੂ ਘਰ ਦੀ ਮਾਨ। ਹੁਣ ਸਾਧ ਸੰਗਤ ਦੋਨੋਂ ਨਿਸ਼ਾਲੇ ਫੜ ਕੇ ਪਹਿਲਾਂ ਭਾਈ ਵਿਧੀ ਚੰਦ ਨੇ ਮੱਥਾ ਟੇਕਿਆ ਨਿਸ਼ਾਲਿਆਂ ਨੂੰ। ਨਵਾਬ ਕਹਿਣ ਲੱਗਾ ਇਹ ਕੀ ਕਰਦਾ? ਕਹਿੰਦੇ ਜੀ ਮੇਰੇ ਗੁਰੂ ਦੀ ਅਮਾਨਤ ਹੈ। ਉਹ ਸਮਝ ਗਏ ਵੀ ਕੋਈ ਰਿਵਾਜ ਹੋਵੇਗਾ। ਮੱਥਾ ਟੇਕ ਕੇ ਕਦੇ ਬਾਹਰ ਧੁੱਪੇ ਕਰਦਾ ਕਦੇ ਸ਼ਾਮੇ ਕਰਦਾ ਹੈ। ਕਹਿੰਦੇ ਕੀ ਕਰਦਾ ਹੈ? ਕਹਿੰਦੇ ਚੈੱਕ ਕਰਦਾ ਆ। ਕਹਿੰਦੇ 10 ਵੇਰ ਕਹਿੰਦੇ ਜੀ ਇਹ ਨਕਲੀ ਦੁਸ਼ਾਲੇ ਨੇ ਕਿਸੇ ਨੇ ਤੁਹਾਨੂੰ ਲੁੱਟ ਲਿਆ। ਕਹਿੰਦੇ ਜਾ ਪਰ ਅਸਲੀ ਦੁਸ਼ਾਲੇ ਨੇ ਕਮਲਾਏ ਗੱਲਾਂ ਕਮਲੀਆਂ ਗੱਲਾਂ ਕਰਦਾ ਹੈ ਤੂੰ ਦੌੜ ਜਾ ਇੱਥੋਂ। ਪਤਾ ਲੱਗ ਗਿਆ ਕਿੱਥੋਂ ਆਏ ਨੇ ਸਾਰੀ ਖਬਰ ਕਰ ਲਈ ਕਿੱਥੇ ਕੋਠਾ ਹੈ ਕਿੱਥੇ ਬੇਗਮਾਂ ਨੇ ਰਹੋ ਵਿਚਾਰ। ਕਹਿੰਦੇ ਨੇ ਦੂਜਾ ਦਿਨ ਜਦੋਂ ਹੋਇਆ ਇਹ ਸਾਧ ਸੰਗਤ ਭਾਈ ਵਿਧੀ ਚੰਦ ਨੇ ਮੁਸਲਮਾਨਾਂ ਵਾਲੀਆਂ ਜਿਹੜੀਆਂ ਔਰਤਾਂ ਨੇ ਨਾ ਉਹ ਸਾਧ ਸੰਗਤ ਉਹਨਾਂ ਦਾ ਰਿਵਾਜ ਹੈ ਜੋ ਬੁਰਕਾ ਪਾਉਂਦੀਆਂ ਨੇ। ਕਹਿੰਦੇ ਦਰਜੀ ਕੋਲੇ ਗਿਆ ਉਹ ਜਿਹਾ ਬੁਰਕਾ ਸਵਾ ਕੇ ਦਰਸ਼ਨੀ ਡਿਊਟੀ ਕੋਲੇ ਆ ਕੇ ਜਿੱਥੇ ਪਠਾਨ ਤਾਸ਼ ਜੂਆ ਖੇਡਦੇ ਸੀ ਉੱਥੇ ਆ ਗਿਆ। ਇੱਕ ਨੇ ਪੁੱਛਿਆ ਮਾਈ ਕਿੱਧਰ ਜਾ ਰਹੀ ਹੈ? ਤੇ ਸਾਧ ਸੰਗਤ ਬੇਗਮਾਂ ਵਾਲੀ ਨਵਾਬ ਦੇ ਸਾਹਮਣੇ ਉਸ ਸਮੇਂ ਭਾਈ ਵਿਧੀ ਚੰਦ ਨੇ ਆਵਾਜ਼ ਕੱਢੀ ਔਰਤਾਂ ਵਾਲੀ ਆਵਾਜ਼ ਕੱਢ ਕੇ ਆਖਿਆ ਫਲਾਣੇ ਫਲਾਣੇ ਨਵਾਬ ਦੀ ਮੈਂ ਬੇਗਮ ਆ ਮੈਨੂੰ ਜਾਣ ਦਿਓ। ਕਹਿੰਦੇ ਅੰਦਰ ਜਾਣ ਦਿੱਤਾ। ਜਾ ਕੇ ਭਾਈ ਵਿਧੀ ਚੰਦ ਨੇ ਬੁਰਕਾ ਲਾ ਕੇ ਜਿੱਥੇ ਉਸ ਸਮੇਂ ਨਵਾਬਾਂ ਦੀਆਂ ਪਠਾਣਾਂ ਦੀਆਂ ਬੇਗਮਾਂ ਬੈਠੀਆਂ ਹੋਈਆਂ ਸਨ ਕਹਿ ਦਿੱਤਾ ਕੁੰਜੀ ਦੇ ਦਿਓ ਸੰਦੂਕ ਦੀ ਦੁਸ਼ਾਲੇ ਫੜਾ ਦਿਓ। ਸ੍ਰੀ ਸਾਹਿਬ ਕੱਢਦੀ ਤੇ ਰੋਲਾ ਪਾਇਆ ਤੇ ਸਾਰਿਆਂ ਨੂੰ ਮਾਰ ਦੇਣਾ। ਭੈ ਵਿੱਚ ਆ ਗਈਆਂ ਸਾਰੀਆਂ। ਉਸ ਸਮੇਂ ਭਾਈ ਵਿਧੀ ਚੰਦ ਨੇ ਦੁਸ਼ਾਲੇ ਸੰਭਾਲ ਲਏ ਗਹਿਣੇ ਉਤਾਰ ਲਏ ਤੇ ਸਾਧ ਸੰਗਤ ਬੜੀ ਫੁਰਤੀ ਦੇ ਨਾਲ ਉਹਨਾਂ ਮਹਿਲਾਂ ਵਿੱਚੋਂ ਬਾਹਰ ਨਿਕਲਿਆ। ਜਦੋਂ ਰੌਲਾ ਪੈ ਗਿਆ ਕਹਿੰਦੇ ਚੋਰ ਆਇਆ ਦੁਸ਼ਾਲੇ ਲੈ ਗਿਆ ਅਫੜਾ ਦਫੜੀ ਮਚ ਗਈ ਤੇ ਸਾਧ ਸੰਗਤ
ਨਵਾਬ ਦੇ ਅਹਿਲਕਾਰ ਪਠਾਨ ਲੱਭਦੇ ਫਿਰਦੇ ਨੇ, ਜਿੱਥੇ ਮਿਲਦਾ ਫੜ ਲਓ ਮਾਰ ਦਿਓ, ਚੋਰ ਆ ਗਿਆ ਚੋਰ ਆ ਗਿਆ। ਤੇ ਸਾਧ ਸੰਗਤ ਦੱਸਿਆ ਜਾਂਦਾ ਏ ਉਸ ਸਮੇਂ ਭਾਈ ਵਿਧੀ ਚੰਦ ਇੱਕ ਪਠਿਆਰ ਦੇ ਕੋਲੇ ਪਹੁੰਚਿਆ, ਜਿਹੜਾ ਦਾਣੇ ਭੱਠੀ ਤੇ ਬੈਠਾ ਬੁਝਾ ਰਿਹਾ ਸੀ। ਉਹਦੇ ਕੋਲੇ ਜਾ ਕੇ ਕਹਿਣ ਲੱਗਿਆ, ਭਰਾਵਾ ਮੈਨੂੰ ਕੁਝ ਲੁਕਣ ਵਾਸਤੇ ਥਾਂ ਦੇ ਦੇ। ਪਠਿਆਰ ਕਹਿਣ ਲੱਗਿਆ ਵੀ ਮੈਂ ਇੱਥੇ ਦਾਣੇ ਭੁੱਜਣ ਵਾਸਤੇ ਬੈਠਾ ਹੋਇਆ ਆ, ਮੇਰੇ ਕੋਲੇ ਕੋਈ ਥਾਂ ਨਹੀਂ ਹੈ, ਮੈਂ ਤੈਨੂੰ ਕਿੱਥੇ ਲੁਕਾਵਾਂ। ਕਹਿਣ ਲੱਗਿਆ ਦੁਸ਼ਾਲੇ ਲੈ ਕੇ ਆਇਆ ਗੁਰੂ ਘਰ ਦੀ ਮੰਦ। ਕਹਿੰਦੇ ਪਤਾ ਮੈਨੂੰ, ਰੌਲਾ ਪਿਆ ਹੋਇਆ, ਅਹਿਲਕਾਰ ਭੱਜੇ ਫਿਰਦੇ ਨੇ, ਜੇ ਤੂੰ ਲੁਕਣਾ ਹੀ ਹੈ ਤੇ ਕਹਿੰਦੇ ਮੇਰਾ ਬਲਦੇ ਭੱਠ ਵਿੱਚ ਛਾਲ ਮਾਰ ਦੇ, ਇਹੀ ਥਾਂ ਹੈ ਮੇਰੇ ਕੋਲੇ। ਤੇ ਸਾਧ ਸੰਗਤ ਬਾਬਾ ਬਿਧੀ ਚੰਦ ਜੀ ਨੇ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਕੇ ਉਸ ਸਮੇਂ ਯਾਦ ਕੀਤਾ ਪਾਤਸ਼ਾਹ ਨੂੰ। ਤੇ ਸਾਧ ਸੰਗਤ ਬਲਦੇ ਭੱਠ ਵਿੱਚ ਜਦੋਂ ਛਾਲ ਮਾਰੀ ਤੇ ਇਧਰ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਭਾਈ ਕੀ ਡੋਲੀ ਵਿਖੇ ਬੈਠੇ ਹੋਏ ਸਨ। ਤੇ ਮਹਾਰਾਜ ਸੰਗਤ ਵਿੱਚ ਕਹਿਣ ਲੱਗੇ, ਆਵਾਜ਼ ਦੇ ਕੇ ਕਹਿੰਦੇ, ਭਾਈ ਖੂਹ ਚੋਂ ਬਾਲਟੀਆਂ ਭਰੋ, ਭਰ ਭਰ ਕੇ ਸਾਡੇ ਸਰੀਰ ਉੱਪਰ ਡੁੱਲਣੀਆਂ ਸ਼ੁਰੂ ਕਰ ਦਿਓ। ਹੁਕਮ ਮੰਨ ਕੇ ਸਾਰੀਆਂ ਸੰਗਤਾਂ ਨੇ ਏਦਾਂ ਹੀ ਕੀਤਾ। ਜਿੰਨਾ ਚਿਰ ਭਾਈ ਵਿਧੀ ਚੰਦ ਭੱਠੇ ਵਿੱਚ ਰਿਹਾ, ਪਠਿਆਰ ਦਾਣੇ ਉੱਪਰ ਪੁੱਜਦਾ ਰਿਹਾ। ਤੇ ਸਾਧ ਸੰਗਤ ਇਧਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਰੀਰ ਤੇ ਸੰਗਤਾਂ ਭਰ ਭਰ ਕੇ ਪਾਣੀ ਦੀਆਂ ਬਾਲਟੀਆਂ ਮਹਾਰਾਜ ਦੇ ਸਰੀਰ ਉੱਪਰ ਪਾਉਂਦੀਆਂ ਰਹੀਆਂ। ਇਤਿਹਾਸਕਾਰਾਂ ਨੇ ਵੱਖੋ ਵੱਖਰੀਆਂ ਕਲਮਾਂ ਦੇ ਨਾਲ ਲਿਖਣਾ ਕੀਤਾ ਹੈ। ਭੱਠੀ ਵਿੱਚ ਭੱਠ ਬਲਦਾ, ਬੜਾ ਸੇਕ ਸੀ ਭੱਠੀ ਦਾ, ਅੱਗ ਦੇ ਭਾਂਬੜ ਮੱਚ ਰਹੇ ਸਨ। ਭੱਠੀ ਵਿੱਚ ਭੱਠ ਬਲਦਾ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਗੁਰੂ ਜੀ ਸੇਕ ਡਰੋਲੀ ਸਹਿੰਦੇ। ਭੱਠ ਬਲਦਾ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ 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 ਭੱਠ ਬਲਦਾ, ਭੱਠੀ ਵਿੱਚ ਭੱਠ ਬਲਦਾ, ਗੁਰੂ ਜੀ ਸੇਕ ਡਰੋਲੀ। ਭੱਠੀ ਵਿੱਚ ਭੱਠ ਬਲਦਾ, ਗੁਰੂ ਜੀ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸਤਿਗੁਰੂ 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 ਸੇਕ ਡਰੋਲੀ ਸਹਿੰਦੇ। ਸਤਿਗੁਰੂ ਸੇਕ ਡਰੋਲੀ ਸਹਿੰਦੇ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਸੇਕ ਡਰੋਲੀ ਸਹਿੰਦੇ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਸਤਿਗੁਰੂ ਸੇਕ ਡਰੋਲੀ ਸਹਿੰਦੇ। ਸਤਿਗੁਰੂ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸੇਕ ਡਰੋਲੀ। ਭੱਠੀ ਵਿੱਚ ਭੱਠ ਬਲਦਾ, ਉਹ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਭੱਠੀ ਵਿੱਚ ਭੱਠ ਬਲਦਾ, ਸਤਿਗੁਰੂ ਸੇਕ ਡਰੋਲੀ ਸਹਿੰਦੇ। ਸੰਗਤਾਂ ਭਰ ਭਰ ਕੇ ਬਾਲਟੀਆਂ ਮਹਾਰਾਜ ਦੇ ਸਰੀਰ ਤੇ ਪਾ ਰਹੀਆਂ ਨੇ।
ਪਠਿਆਰ ਨੇ ਕਿਹਾ ਸੀ ਤੈਨੂੰ ਭਰੋਸਾ ਆਪਣੇ ਗੁਰੂ ਤੇ ਛਾਲ ਮਾਰ ਦੇ। ਮਾਰ ਕੇ ਛਾਲ ਵੜ ਗਿਆ ਬਲਦੇ ਭੱਠ ਵਿੱਚ। ਜਦੋਂ ਸ਼ਾਮਾਂ ਪਈਆਂ ਨਾ, ਪਠਿਆਰ ਕਹਿਣ ਲੱਗਿਆ ਭਾਈ ਵਿਧੀ ਚੰਦ ਮੈਂ ਚੱਲਿਆ, ਪਹਿਰਾ ਬੜਾ ਕਰੜਾ ਲੱਗਿਆ ਹੋਇਆ ਭਾਈ, ਰਾਤ ਦਾ ਹਨੇਰਾ ਵੇਖ ਕੇ ਤੂੰ ਵੀ ਲੰਘ ਜਾਈਂ ਕਿਸੇ ਪਾਸੇ। ਸਾਧ ਸੰਗਤ ਭਾਈ ਵਿਧੀ ਚੰਦ ਬਲਦੇ ਭੱਠ ਵਿੱਚੋਂ ਬਾਹਰ ਨਿਕਲਿਆ। ਇੱਕ ਬਜ਼ੁਰਗ ਮਾਈ ਦੇ ਘਰ ਵਿੱਚ ਜਾ ਵੜਿਆ। ਮਾਤਾ ਨੂੰ ਜਾ ਕੇ ਕਹਿਣ ਲੱਗਿਆ ਮਾਤਾ ਮੈਨੂੰ ਆਪਣੇ ਵਸਤਰ ਦੇ ਦੇ। ਵਸਤਰ ਲੈ ਲੈ, ਸਾਰੀ ਗੱਲ ਦੱਸੀ। ਰੌਲਾ ਪਿਆ ਹੋਇਆ ਸੀ। ਬਜ਼ੁਰਗ ਮਾਤਾ ਦੇ ਵਸਤਰ ਪਹਿਨ ਕੇ ਹੱਥ ਵਿੱਚ ਸਾਧ ਸੰਗਤ ਢੰਡੋਰੀ ਫੜ ਲਈ, ਸੋਟੀ ਫੜ ਲਈ, ਕੁੱਬ ਜਿਹਾ ਪਾ ਕੇ ਬੁੱਢੀ ਮਾਈ ਵਾਂਗ ਬਣ ਕੇ ਇੱਕ ਅਹਿਲ ਕੌਰ ਦੇ ਕੋਲੇ ਗਿਆ। ਅਹਿਲ ਕਰ ਕਹਿਣ ਲੱਗਿਆ ਮਾਈ ਕਿੱਥੇ ਚੱਲੀ ਗਈ? ਆਵਾਜ਼ ਕੱਢੀ ਬੀਬੀਆਂ ਵਾਲੀ, ਮਾਤਾਵਾਂ ਵਾਲੀ, ਪੁੱਤਰਾ ਰਾਤ ਦਾ ਹਨੇਰਾ ਹੈ, ਮੇਰਾ ਸਰੀਰ ਕੁਝ ਠੀਕ ਨਹੀਂ, ਮੈਂ ਸਵੇਰ ਦੀ ਕਈ ਵਾਰੀ ਬਾਹਰ ਅੰਦਰ ਜਾ ਗਿਆ। ਕਹਿੰਦੇ ਨੇ ਸਿਪਾਹੀ ਨੇ ਬਾਹ ਫੜ ਕੇ ਉਸ ਸਮੇਂ ਸਾਧ ਸੰਗਤ ਕਰੜੇ ਪਹਿਰੇ ਚੋਂ ਬਾਹਰ ਕੱਢਿਆ। ਭਾਈ ਵਿਧੀ ਜਾਨੋ ਮਾਰਦਾ ਹੋਇਆ ਛਾਲਾਂ ਭਾਈ ਕੀ ਡਰੋਲੀ ਪਹੁੰਚ ਗਿਆ। ਅੰਮ੍ਰਿਤ ਵੇਲਾ ਹੋ ਗਿਆ ਸੀ, ਮਹਾਰਾਜ ਦੀਵਾਨ ਵਿੱਚ ਬੈਠੇ ਸਨ। ਆਇਆ ਭਾਈ ਵਿਧੀ ਚੰਦ, ਸਾਰੀ ਸੰਗਤ ਹੈਰਾਨ। ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਜਦੋਂ ਮਹਾਰਾਜ ਨੇ ਨੇਤਰ ਖੋਲ ਕੇ ਭਾਈ ਵਿਧੀ ਚੰਦ ਵੱਲ ਵੇਖਿਆ ਨਾ, ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆ ਲਓ ਦੁਸ਼ਾਲੇ। ਮਹਾਰਾਜ ਕਹਿੰਦੇ ਲੈ ਆ? ਕਹਿੰਦੇ ਹਾਂ। ਮਹਾਰਾਜ ਕਹਿੰਦੇ ਕੀ ਵਾਪਰਿਆ? ਦੱਸਦਾ ਸਾਰਾ ਪੱਟੀ ਸ਼ਹਿਰ ਦਾ ਹਾਲਾਤ ਜਿਹੜੇ ਉਸ ਸਮੇਂ ਬਣੇ, ਸਾਰਾ ਉਸ ਸਮੇਂ ਦਾ ਸਾਧ ਸੰਗਤ ਹਾਲ ਭਾਈ ਵਿਧੀ ਚੰਦ ਨੇ ਦੱਸਿਆ। ਤੇ ਇੱਕ ਗੱਲ ਕਹਿਣ ਲੱਗਿਆ ਮਹਾਰਾਜ ਜੀ ਕਮਾਲ ਦੀ ਗੱਲ ਇੱਕ ਦੱਸਾਂ। ਕਹਿੰਦੇ ਦੱਸੋ? ਕਹਿੰਦਾ ਮਹਾਰਾਜ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ, ਬਲਦੀ ਭੱਠ ਵਿੱਚ ਜਦੋਂ ਮੈਂ ਛਾਲ ਮਾਰੀ ਨਾ, ਸੱਚੇ ਪਾਤਸ਼ਾਹ ਉਸ ਸਮੇਂ ਮਹਾਰਾਜ ਮੇਰੇ ਸਰੀਰ ਨੂੰ ਛੇਕ ਨਹੀਂ ਲੱਗਿਆ। ਮੈਂ ਇਸ ਗੱਲ ਤੋਂ ਹੈਰਾਨ ਆ। ਤੇ ਸਾਰੀ ਸੰਗਤ ਨੇ ਉਸ ਸਮੇਂ ਉੱਚੀ ਦੇਣੀ ਆਖਿਆ ਭਾਈ ਵਿਧੀ ਚੰਦ ਛੇਕ ਲੱਗਦਾ ਵੀ ਕਿਵੇਂ? ਤੂੰ ਭੱਠ ਵਿੱਚ ਛਾਲ ਮਾਰੀ ਸੀ, ਖੂਹ ਤੋਂ ਭਰ ਭਰ ਕੇ ਬਾਲਟੀਆਂ ਪਾਣੀ ਦੀਆਂ ਮਹਾਰਾਜ ਦੇ ਸਰੀਰ ਤੇ ਸਾਰੀ ਸੰਗਤ ਪਾਉਂਦੀ ਰਹੀ। ਜਿੰਨਾ ਚਿਰ ਤੂੰ ਬਲਦੇ ਭੱਠ ਵਿੱਚ ਰਿਹਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਸੇਕ ਤੇ ਸਹਿ ਗਏ ਮਹਾਰਾਜ, ਤੈਨੂੰ ਕਿਵੇਂ ਸੇਕ ਲੱਗਦਾ ਸੀ? ਤੇ ਸਤਿਗੁਰੂ ਮਹਾਰਾਜ ਦੀ ਬਾਣੀ ਐਵੇਂ ਨਹੀਂ ਆਖਦੀ, ਜਾਂ ਕੋ ਮੁਸ਼ਕਲ ਆਤ ਬਣੈ ਢੋਈ ਕੋਏ ਨਾ, ਲਾਗੂ ਪੇ ਦੁਸ਼ਮਣਾ ਸਾਥ ਭੱਜ ਖਲੇ, ਸਭੂ ਭਜੇ ਆਸਰਾ, ਚੁਕੇ ਸਭ ਸਰਾਉ, ਚਿਤਾਵੇ ਸੁਪਾਰ, ਬ੍ਰਹਮ ਤਾਂ ਲੱਗੇ ਨਾ ਤਤੀ ਵਾਓ। ਤੇ ਸਾਧ ਸੰਗਤ ਜਿਹੜਾ ਗੁਰੂ ਵਾਲਾ ਹੋ ਗਿਆ, ਜਿਹਨੇ ਆਸਰਾ ਹੀ ਗੁਰੂ ਦਾ ਲੈ ਲਿਆ, ਤੇ ਬਾਣੀ ਦੀ ਇਹ ਪੰਕਤੀ ਹੈ, ਪੜ੍ਹ ਕੇ ਸਮਾਪਤੀ ਕਰੀਏ। ਤਤੀ ਵਾਵੀ ਲੱਗਣ ਨਾ ਤੇ, ਤਤੀ ਵਾਵੀ ਲੱਗਣ ਨਾ ਤੇ, ਤਤੀ ਵਾਵੀ ਲੱਗਣ ਨਾ ਦੇਵੇ, ਤਤੀ ਵਾਵੀ ਲੱਗਣ ਨਾ ਦੇਵੇ, ਤਤੀ ਵਾਵੀ ਲੱਗਣ
ਸੱਤੀ ਵਾਰੀ ਲੱਗਣ ਨਾ ਦੇਵੇ ਦੀਵਾ ਵੀ 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 ਲੱਗਣ ਨਾ ਦੇਵੇ ਨੀਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੈ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਰਾਮ ਨਾਮ ਅਖੋਦੀ ਕਲ ਬੁਲਾਈ ਰਾਖ ਲਈਏ ਤਿਨ ਰਖਣ ਹਾਰ ਸਭ ਵਿਆਦ ਕਉ ਨਾਨਕ ਕਿਰਪਾ ਕਰੇ ਪ੍ਰਭ ਸਹਾਈ ਲਈ ਸਹਾਈ ਆਓ ਸਾਧ ਸੰਗਤ ਜੀਓ ਤੁਝ ਸਮੇਂ ਦੇ ਮਾਤਰ ਅੰਦਰ ਗੁਰੂ ਜੀ ਦੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸੰਗਤ ਨਾਲ ਸਾਂਝੀ ਕੀਤੀ ਹੈ। ਬੋਲਦਿਆਂ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਸਤਿਗੁਰ ਜੀ ਬਖਸ਼ਣ ਯੋਗ ਹਨ। ਧੰਨਵਾਦ ਸਾਡੇ ਅਤੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ। ਉਪਰੰਤ ਧੰਨਵਾਦ ਵਿਸ਼ੇਸ਼ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੂਹ ਸੰਗਤਾਂ